ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰਵੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੀ ਜਾਇ, ਰਹਾਉ ਤੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਵਖਾਨਾ, ਤੁਰ ਕੀ ਬਾਣੀ ਆਈ। ਸਗਲੀ ਚਿੰਤ ਮਿਟਾ, ਤੁਰ ਕੀ ਬਾਣੀ ਆਈ। ਸਗਲੀ ਚਿੰਤ ਮਿਟਾਈ। ਆਈ ਤਿਨ ਸਗਲੀ ਚਿੰਤ, ਤੁਰ ਕੀ ਬਾਣੀ ਆਈ। ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਤਿਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਬਾਣੀ ਆਈ, ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ 4 ਦਿਨਾਂ ਤੋਂ ਲਗਾਤਾਰ ਸਤ ਸੰਗਤ ਦਾ ਮੂਲਕ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਗੁਰੂ ਜੀ ਨੇ ਕਿਰਪਾ ਕੀਤੀ, ਇਸ ਸਮਾਗਮ ਵਿੱਚ ਸਿੰਘ ਸਾਹਿਬ ਸੰਗਤਾਂ ਦਾ ਬਚਨ ਮੰਨ ਕੇ ਪੁੱਜੇ। ਗੁਰੂ ਜੀ ਕੇ ਬਖਸ਼ੇ ਹੋਏ ਬਚਨਾਂ ਦੀ ਸਾਂਝ, ਗੁਰਮਤਿ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ। ਬੜਭਾਗੇ ਸਮੇਂ ਹੁੰਦੇ ਨੇ ਜਦੋਂ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਗੁਰੂ ਕੇ ਬਚਨ ਸਰਵਣ ਕਰਨ ਦਾ ਸਮਾਂ ਮਿਲਦਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦੇ ਸੰਬੰਧ ਵਿੱਚ ਮਹਾਰਾਜ ਨੇ ਉਦਮ ਬਖਸ਼ਿਆ ਆਪ ਜੀ ਨੂੰ 3 ਦਿਨ ਤੋਂ ਲਗਾਤਾਰ ਸ਼ਬਦ ਦੀ ਵਿਚਾਰ। ਪਹਿਲੇ ਦਿਨ ਤੋਂ ਹੀ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਸ਼ਬਦ ਹੈ, ਗੱਦੀ ਤਖਤ ਹੈ। ਗੁਰਗੱਦੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ਬਦ ਨੂੰ ਇਹ ਬਖਸ਼ੀ ਗਈ। ਤੇ ਜਦੋਂ ਪਹਿਲੇ ਗੁਰੂ ਦੂਜੇ ਨੂੰ ਗੱਦੀ ਬਖਸ਼ਦੇ ਸੀ ਤਾਂ ਬਾਣੀ ਦੀ ਪੋਥੀ ਨਾਲ ਬਖਸ਼ੀ ਜਾਂਦੀ ਸੀ, ਸ਼ਬਦ ਨਾਲ ਦਿੱਤਾ ਜਾਂਦਾ ਸੀ। ਕੱਲ ਆਪਣੀ ਵਿਚਾਰ ਇੱਥੇ ਪੁੱਜੀ ਸੀ ਕਿ ਬੜੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਸਿੱਧ ਪੁਰਸ਼ਾਂ ਨੇ ਦਿਖਾਈਆਂ। ਇਹ ਸੁਭਾਵਿਕ ਹੀ ਗੱਲ ਹੈ, ਜਿੰਨੀ ਕੁ ਸ਼ਕਤੀ ਕਿਸੇ ਵਿੱਚ ਹੁੰਦੀ ਹੈ ਬੰਦਾ ਉਹਦੀ ਪ੍ਰਦਰਸ਼ਨੀ ਕਰਦਾ। ਤੁਸੀਂ ਵੀ ਕਰਦੇ ਹੋ, ਸਾਧੂ ਸੰਤ ਵੀ ਤਕਰੀਬਨ ਕਰਦੇ ਨੇ। ਤੁਹਾਡੇ ਘਰ ਕੋਈ ਕਾਰਜ ਹੋਵੇ, ਉਹ ਤੁਸੀਂ ਕਾਰਜ ਮੁੱਖ ਨਹੀਂ ਰੱਖਣਾ। ਮੁੱਖ ਰੱਖਣਾ ਲੋਕਾਂ ਨੂੰ ਪਤਾ ਲੱਗ ਜਾਵੇ ਇਹਦੇ ਮੁੰਡੇ ਦਾ ਵਿਆਹ ਸੀ, ਆਖੋ ਸਤਿਨਾਮ। ਕੋਠੀ ਬਣਾਉਣ ਲੱਗੇ ਮੁੱਖ ਇਹ ਨਹੀਂ ਰੱਖਣਾ ਇਹਦੇ ਵਿੱਚ ਰਹਿਣਾ, ਲੋਕਾਂ ਨੂੰ ਪਤਾ ਲੱਗੇ ਕੋਠੀ ਬਣੀ। ਇਹ ਆਪਣੀ ਸ਼ਕਤੀ ਦੀ ਪ੍ਰਦਰਸ਼ਨੀ ਹੁੰਦੀ ਹੈ, ਹਰ ਦਿਖਾਉਂਦਾ। ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਨੇ, ਜਦੋਂ ਸ਼ਕਤੀ ਮਿਲੇ, ਰਿੱਧੀਆਂ ਸਿੱਧੀਆਂ ਮਿਲਣ ਤਾਂ ਕੀ ਬਣਨਾ? ਗੂੰਗਾ ਬਣ ਜਾ, ਬੋਲਣ ਤੋਂ ਹਟ ਜਾ, ਦਿਖਾ ਨਾ, ਦੱਸ ਨਾ। ਇਹ ਹੈ ਕੁਝ ਗੱਲਾਂ ਬੋਲ ਕੇ ਦੱਸੀਆਂ ਜਾਂਦੀਆਂ, ਕੁਝ ਗੱਲਾਂ ਦਿਖਾ ਕੇ ਲੋਕਾਂ ਨੂੰ ਦੱਸੀਆਂ ਜਾਂਦੀਆਂ। ਵਿਆਹ ਬਹੁਤਾ ਵੱਡਾ ਕਰੋਗੇ ਤੁਹਾਨੂੰ ਬੋਲਣ ਦੀ ਲੋੜ ਨਹੀਂ, ਉਹ ਤਾਂ ਦੁਨੀਆ ਦੇਖੇਗੀ ਵੱਡਾ ਹੈਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਹੈ, ਗੂੰਗਾ ਬਣ ਇਹਨਾਂ ਨੂੰ ਸਮਾ ਅੰਦਰ। ਕਰਾਮਾਤ ਉਹੀ ਮੰਨੀ ਇੱਥੇ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਦਿਖਾਵਾ ਨਹੀਂ। ਗੁਰਸਿੱਖ ਪਿਆਰਿਓ, ਇੱਕ ਤੁਕ ਆਉਂਦੀ ਹੈ ਬਾਣੀ ਵਿੱਚ ਕਿ ਬਿਨ ਬੋਲਿਆ ਸਭ ਕੁਛ ਜਾਣਦਾ। ਮਹਾਰਾਜ ਦੀ ਤੁਕ ਬਹੁਤ ਵਾਰ ਸੁਣੀ ਹੋਣੀ ਹੈ ਤੁਸੀਂ। ਇਹਨੂੰ ਘਰੋਗੀ ਜੀਵਨ ਵਿੱਚ ਲਿਆਓ। ਇੱਕ ਗੂੰਗੇ ਦੀ ਮਾਂ ਹੈ ਜੋ ਗੂੰਗੇ ਦੀ ਗੱਲ ਬਿਨਾਂ ਬੋਲਿਆਂ ਤੋਂ ਜਾਣਦੀ ਹੈ। ਅਜ ਕੇ ਆਖੋ ਸਤਿਨਾਮ। ਬਾਕੀ ਨਹੀਂ। ਗੂੰਗੇ ਦੀ ਰਮਝ, ਗੂੰਗੇ ਦੀ ਮਾਂ ਸਮਝੇ। ਬੋਲ ਤਾਂ ਹੋਣਾ ਹੀ ਨਹੀਂ, ਮਾਂ ਸਭ ਕੁਝ ਜਾਣ ਰਹੀ ਹੈ, ਜੋ ਲੋੜ ਹੈ ਉਹਦੀ ਪੂਰੀ ਕਰ ਰਹੀ ਹੈ। ਸਿੱਖਾ ਤੂੰ ਵੀ ਜੇ ਗੂੰਗਾ ਬਣ ਜਾਵੇਂ, ਤੈਨੂੰ ਅਰਦਾਸਾਂ ਕਰਨ ਦੀ ਲੋੜ ਨਹੀਂ, ਵਾਹਿਗੁਰੂ ਆਪੇ ਲੋੜਾਂ ਪੂਰੀਆਂ ਕਰੂਗਾ। ਅਜ ਕੇ ਆਖੋ ਸਤਿਨਾਮ। ਤੂੰ ਵੀ ਗੂੰਗਾ ਬਣ, ਤੈਨੂੰ ਬੋਲਣ ਦੀ ਲੋੜ ਨਹੀਂ। ਉਸ ਅਵਸਥਾ ਨੂੰ ਕਿਹਾ ਬਿਨ ਬੋਲਿਆ ਸਭ ਕੁਛ ਜਾਣਦਾ। ਪਰ ਅਸੀਂ ਤਾਂ ਬੋਲ ਬੋਲ ਕੇ ਦੱਸ ਰਹੇ, ਬੋਲ ਕੇ ਦੱਸ ਰਹੇ। ਸ਼ਬਦ ਇੱਕ ਐਸੀ ਹੀ ਸ਼ਕਤੀ ਹੈ, ਜਿਉਂ-ਜਿਉਂ ਇਹ ਸ਼ਕਤੀ ਬਖਸ਼ਦਾ ਜਾਵੇਗਾ ਬੰਦਾ ਨੀਵਾਂ ਹੁੰਦਾ ਜਾਵੇਗਾ। ਮੁਹੰਮਦ ਸ਼ਾਹ ਜ਼ਫਰ ਨੇ ਇੱਕ ਗੱਲ ਲਿਖੀ ਹੈ, ਬੜੇ ਅੱਛੇ ਕਾਬਲ ਹੋਏ ਨੇ ਵਿਦਵਾਨ ਕਵੀ ਸੀ। ਉਹ ਕਹਿੰਦੇ लाखों से पूछा मैंने मंजिले खुदा का रास्ता। ਇੱਕ ਦੋ ਤੋਂ ਨਹੀਂ, ਮੈਨੂੰ ਇੱਛਾ ਸੀ ਕੋਈ ਰਾਹ ਦੱਸ ਦਵੇ, ਰੱਬ ਦੀ ਮੰਜ਼ਿਲ ਕਿੱਥੇ ਕਿਵੇਂ ਤੁਰਾਂ। लाखों से पूछा मैंने मंजिले खुदा का रास्ता, पर जिसे मालूम था वो बेखबर मिला। कैसी गल लिखी। ਲੱਖਾਂ ਨੇ ਮੈਨੂੰ ਦੱਸਿਆ
ਰਾਹ ਪਾਉਂਦੇ ਗਏ, ਪਰ ਉਹਦਾ ਨਿਰਣੈ ਕਿ ਲੱਖਾਂ ਨੂੰ ਇਹ ਪਤਾ ਨਹੀਂ ਸੀ, ਜਿਹਨੇ ਮੈਨੂੰ ਦੱਸ ਰਹੇ ਸੀ ਅਜ ਕੇ ਆਖੋ ਸਤਿਨਾਮ, ਬਿਨਾਂ ਪਤਾ ਹੀ ਤੋਂ ਹੀ ਦੱਸੀ ਗਏ। ਪਰ ਜਿਹਨੂੰ ਪਤਾ ਸੀ ਨਾ, ਉਹਨੇ ਦੱਸਿਆ ਹੀ ਨਹੀਂ, ਉਹ ਬੇਖਬਰ ਮਿਲਾ। ਉਹਨੂੰ ਪਤਾ ਹੀ ਨਹੀਂ। ਜਿਹਨੂੰ ਪਤਾ ਸੀ, ਮਹਾਤਮਾ ਬੁੱਧ ਬੈਠੇ ਸੀ ਬਹੁਤ ਵੱਡੀ ਸੰਗਤ ਵਿੱਚ, ਕੋਈ ਪੁੱਗੇ ਹੋਏ ਸਾਧੂ ਆਏ ਮਿਲਣ ਉਹਨਾਂ ਨੂੰ, ਪੁੱਗੀ ਹੋਈ ਆਤਮਾ। ਉਹਨਾਂ ਨੇ ਬੇਨਤੀ ਕੀਤੀ, महात्मा जी परमात्मा के लिए किछ बोलिए, रब लई कुछ कहो, भगवान बाबत कुछ कहो। महात्मा बुद्ध जी चुप। फिर उन्होंने कहा, उन्होंने अखां भी मीट लिया, देखना भी बंद करता। तीजी चौथी बार कहा, वो साधु उठ के चले गए। महात्मा बुद्ध बोले ही नहीं, देखना भी बंद। उन्हों का वड्डा चेला महापुरख आनंद, उन्हों का भतीजा सी, जिहड़ा पुग गया सी, सिरे लग गया सी। वो कहता, गुरदेव एडी दूरों महापुरुष आए, किन्नी बार उन्होंने कहा भगवान के लिए कुछ बोलो, तुसी तो अखां ही मीट लिया, बोलना की सी। वो नाराज होके चले गए। साधु आए, तुसी नाराज करके तोड़ दिता। महात्मा बुद्ध कहते, आनंद वो तो रज के गए ने, वो तो आनंद हो के गए ने। आनंद बेचारा कहता, जिहड़े आए नाल कोई बोले ही ना, तो आनंद कित्थों आउणा उन्हें, तुसीं तो बोले ही नहीं। महात्मा बुद्ध कहते, आनंद मेरी चुप ही उन्हों का जवाब सी, मेरिया अखां बंद करना ही उन्हों का जवाब सी। वो मैनू कहते सी ईश्वर के लिए कुछ बोलो, मेरी चुप ने दस दिता भगवान खातर कुछ बोलिया नहीं जा सकता। के आखो सतनाम। उथे तो गूंगा ही पण ठीक है, क्या हो कथी कथे कथ देखा, मैं कथ ना जाई। उथे तो चुप चुप ही उन्हों का जवाब सी। बस वो तो आनंद होके गए ने, खुश होके गए ने। जिथे पदवियां आ जांदियां ने, बस सब कुछ पा के। कबीर साहब का श्लोक तो तुसीं बहुत बार पढ़ते सुनते हो कि मेरा मुझ में किछ नहीं। ये अखरी अर्थ ने साडे कोल नहीं। कबीर कोल मैनू ऐ दसो भी केड़ी चीज नहीं सी, केड़ी शक्ति नहीं सी, केड़ी पदवी नहीं सी, उहदे कोल केड़ा ज्ञान नहीं सी। उहदी तां इक तुक दा अर्थ अजकल दे ज्ञानी नहीं कर सकदे। इन्ना भरिया होया, इन्ना रजिया होया, उहदा भाव सी मैं हुण गूंगा हो गया अज के आखो सतनाम। मैं सब कुछ पाके भिखारी बन गए, कुछ भी नहीं है। इसे नू बाणी के कह रही है, होंदे मान जो होए ने माना। मेरे वर्गे को कख है ही नहीं, तो कहना ही है नहीं। सब कुछ होंदे होए कहना मेरा मुझ में किछ नहीं। जे कोल है ही नहीं, फिर कहेगा की हैगा। सब कुछ कोल होवे, होंदे मान जो होए ने माना, होंदे तान जो होए ने ताना, अण होंदे आप वंडाए को ऐसा। ये सवाल है, गुरबाणी कह रही है कोई दसो ऐसा भी दुनिया विच है। अज के आखो सतनाम। जे कोई है तो बाणी ने कहता उन्होंने भगत कहो, उन्होंने संत कहो। को ऐसा, जे कोई ऐसा है भगत सदाए, उन्होंने भगत कहो। ऐसी बोला बहुता बोलने वाले संत कहांगे, बहुता ज्ञान देने वाले संत कहांगे। नहीं नहीं,
वो तो कहो कबीर गूंगे गुड़ खाया, पूछे थे क्या कहिए। जिन हर पाया तिन्हें छुपाया। वो शब्द की शक्ति ज्यों ज्यों ਵਧੇਗੀ तू चुप होंदा जावेगा। क्यों चुप होंदा जावेगा? अंदर ज्ञान हो जाने, मैथों ठीक कह नहीं होना, ਉਹਦੇ ਬਾਬਤ मैथों ठीक बोलिया नहीं जाना। ਆਪਾਂ ਕੀ ਬੋਲਾਂਗੇ? गुरु नानक कह गया मैं तेरे बाबत ठीक नहीं बोल सकता। अज के आखो सतनाम। मैं तेरे बाबत ठीक नहीं कह सकता। ਆਪਾਂ ਤਾਂ ਕਹਾਂਗੇ ਹੀ ਕੀ। तो गुरमुख प्यारे हो, सारी शक्ति ला दी उन्होंने सिद्धां ने। जो शक्ति का मालिक सी वो चुप करी बैठे। जिन्होंने शक्ति थोड़ी बहुती मिली वो दिखा दी। शक्ति देण वाला चुप करी बैठे। ये नित अपने नाल वरत रही है गल। आपां वाहिगुरू की दिती शक्ति नूं दिखाउण लग जाने, वो देण वाला चुप करी बैठा है। अज के आखो सतनाम। वो बोलता ही नहीं, दसदा ही नहीं मेरे विच कितनी शक्ति है। जब सारा जोर लग गया फिर शरण विच पए, झुक गए जोगी। फिर विचार की गल चली। एक तर्क है, एक विचार है। एक नुकता चीनी नाल कोई गल पुछनी हुंदी है, एक कुछ जानन खातर कुछ पुछना हुंदा। बड़ी कड़ी गल लिखी है बाणी विच। सुभाव बदलना, बदल सके चंगे रहोगे। खोजी उपजे बादी बिनस। दो पाठ, क्योंकि टी सीरीज वाले ने पता नहीं किथे बाणी पहुँचा देनी है। खोजी उपजे बादी बिनसे। बड़ी मिठी बाणी है गुरु ग्रंथ साहब की, पर करड़ाई भी सिरे ही वरती है। मर्द कहते खोज करन वाले जमन, झगड़ा करन वाले मरे जान। अज के आखो सतनाम। है तो कहड़ा शब्द की वरतूगी बाणी। हुण दूजा पाठ सुन लो, कोई सियाणा बैठा हुंदा। हुण खोजी पाठ नहीं करना, जजे नूं बिहारी दे नाल बिंदी ला दो। खोजी उपजे, खोज करन तो ही वाहिगुरू लभूगा। अज के आखो सतनाम। वादी बिनसे। भुलन विच किया सब कोई, करता आप न भुले। अभुल गुरु करतार। मैं 99 तो गल्लां ठीक है तो मैं थोड़े सामने। खुदा ना खास्ता एक लफ्ज मेरे मूँह तो गलत निकल जाए ना, पर थोड़ी इन्नी किरपा है ना मेरे ते, ਜਿਹੜੀਆਂ मैं 99 गल्लां ठीक कही ना, जुतियां पाउंदियां ने भुल जानी है। ਜਿਹੜਾ लफ्ज मेरे ते गलत निकल गया ना, सौना थोड़ो है तुसीं। पहला पटियाले नूं फोन करोगे, लूलों वाला जैं कहता था। अज के आखो सतनाम। पता नहीं कनेडा नूं भी कर दो। ਜਿਹੜੇ लूलों वाले ने 99 ठीक कही वो याद ही नहीं रखे। इनू शास्त्र ने लिखे रसना बिरती, इनू शास्त्र ने लिखे कीटी बिरती। जीभ की बिरती की है तुहाडी दी। जे कोई दंद दुखन लग जाए ना, थोड़ा जाड़ बत्ती है ना अंदर बत्ती, इत्थे BDS डॉक्टर तो पटाया होंगे जाड़। आ जिहड़ी भली मान थोड़ी जीभ है ना, जिहड़ी जाड़ पट्टी है जिथों गंद निकलदा उत्थे ही घसूगी। हटा के दिखाओ इनू कहो अजे तक कत्ती साबते है, उन्होंने रगड़ा ला ले। ना ना ना, जिथों गंद निकलदा उत्थे घसू। तुसीं सुते पे होंगे फिर उत्थे ही खड़ी होगी, देख लियो। जिथों मैला निकले, जेड़े चंगे हैं उन्होंने कोल जाना ही नहीं। तुहाडी बिरती भी ऐसी है, जिथे कोई नुक्स होगा उत्थे घसोगे। वो गल नूं याद रखो। नंबर 2 कीटी बिरती। कीड़ियां है नहीं अपने घर च। हाँ कोठी बना लियो मलेरकोटले 2 करोड़ की, मार्बल ला लियो, सागबान दियां चगाठा ला लियो, पर जिहड़ी कीड़ी है ना, वो कहनी मैं दरवाजे से ही बढ़ना ही नहीं, अपनी खड्ड पट के बढ़ूंगी। अज के आखो सतनाम।
ਵੀ ਇੰਨੇ ਲੋਕ ਲੰਘਦੇ ਤੂੰ ਵੀ ਲੰਘ ਜਾ ਉੱਥੇ ਨੂੰ। ਨਹੀਂ ਨਹੀਂ, ਕਹਿੰਦੀ ਮੈਂ ਨਵਾਂ ਸਰਾਖ ਪਟੂੰਗੀ। ਕੋਈ ਤੁਹਾਨੂੰ ਕਿਸੇ ਦੇ ਗੁਣ ਦੀ ਗੱਲ ਨਹੀਂ, ਤੁਸੀਂ ਸਰਾਖ ਲੱਭਣਾ, ਨੁਕਤਾ ਚੀਨੀ ਕਰਨਾ, ਖੱਡ ਪਟਣੀ ਹੈ ਨਵੀਂ, ਉਸ ਰਾਹ ਤੇ ਤਾਂ ਚੱਲਣਾ ਨਹੀਂ। ਗੁਰਸਿੱਖ ਪਿਆਰਿਓ, ਕੋਈ ਵਿਰਲਾ ਹੀ ਬਚਦਾ ਇਸ ਗੱਲ ਤੋਂ। ਖੋਜੀ ਉਪਜੈ ਬਾਦੀ ਬਿਨਸ। ਤੀਸਰਾ ਅਰਥ, ਖੋਜ ਕਰੀ ਜਾ ਬੁੱਧੀ ਵਧਦੀ ਜਾਊਗੀ। ਉਪਜੈ, ਅੰਦਰੋਂ ਹੀ ਗਿਆਨ ਪੈਦਾ ਹੋਈ ਜਾਏਗਾ। ਬਾਦ ਵਿਵਾਦ ਕरेंगे, ਜਿਹੜੀ ਬੁੱਧੀ ਕੋਲ ਹੈ ਉਹ ਵੀ ਨਾਸ ਹੋ ਜੂਗੀ। ਅਜ ਕੇ ਆਖੋ ਸਤਿਨਾਮ। ਅਰਥ ਤਾਂ ਸੱਤ ਹੈ, ਸਤੁਕ ਦੇ ਤਿੰਨੇ ਬਥੇਰੇ ਹੋਣ। ਤਾਂ ਗੁਰਸਿੱਖ ਪਿਆਰਿਓ, ਜ਼ੋਰ ਲਾ ਲਿਆ ਫਿਰ ਸ਼ਰਨ ਪੈ ਗਏ। ਫਿਰ ਵੀ ਅਕਲ ਦੀ ਗੱਲ ਹੈ, ਭੁੱਲਿਆ ਨਾ ਜਾਣੀਏ ਜਿਹੜਾ ਰਾਤ ਨੂੰ ਘਰ ਆ ਜਾਵੇ। ਫਿਰ ਵੀ ਸ਼ਰਨ ਪੈ ਗਏ। ਫਿਰ ਮਹਾਰਾਜ ਦੀ ਵਡਿਆਈ ਕੀਤੀ। ਉਸ ਵਡਿਆਈ ਵਿੱਚ ਫਿਰ ਹੁਣ ਤਰਕ ਨਹੀਂ ਹੈ, ਨੁਕਤਾ ਚੀਨੀ ਨਹੀਂ ਹੈ, ਈਰਖਾ ਨਹੀਂ ਹੈ, ਹੁਣ ਖੋਜ ਆ ਗਈ। ਤੇ ਇੱਕ ਬੇਨਤੀ ਮੈਂ ਹੋਰ ਕਰ ਜਮਾਂ ਕਿ ਜਿੱਥੇ ਗੋਰਖਨਾਥ ਜੀ ਮਹਾਨ ਤਪਸਵੀ ਸੀ, ਰਿਧੀਆਂ ਸਿੱਧੀਆਂ ਦੇ ਮਾਲਕ ਸੀ, ਗੋਰਖ ਵਰਗਾ ਵਿਦਵਾਨ ਵੀ ਦੁਨੀਆ 'ਚ ਜੰਮਣਾ ਮੁਸ਼ਕਲ ਹੈ। ਵਿਦਵਾਨ ਵੀ ਐਸਾ ਸੀ, ਕਿਤੇ ਪੜ੍ਹੋ ਨਾ ਫਿਰ ਪਤਾ ਲੱਗੇ। ਉਹ ਜਿਹਾ ਵਿਦਵਾਨ ਮੁੜ ਕੇ ਨਹੀਂ ਜੰਮਣਾ ਜਿਹੋ ਜੀ ਗੋਰਖ ਕੋਲ ਵਿਦਿਆ ਸੀ। ਗੁਰਸਿੱਖ ਪਿਆਰਿਓ, ਹੁਣ ਵਿਚਾਰ ਆ ਗਈ, ਤਕਰਾਰ ਨਹੀਂ ਰਿਹਾ, ਵਿਚਾਰ ਆ ਗਈ। ਉਹ ਵਿਚਾਰ ਵਿੱਚ 4 ਸਵਾਲ ਕੀਤੇ ਗੋਰਖ ਜੀ ਨੇ। 4 ਸਵਾਲ ਗੁਰੂ ਨਾਨਕ ਦੇਵ ਜੀ ਦੇ ਉੱਤੇ। ਉਹਨਾਂ 4ਾਂ ਦਾ ਦਿੱਤਾ ਜਵਾਬ। ਉਹ 4 ਸਵਾਲ ਵੀ ਵਿੱਚ ਲਿਖੇ ਹੋਏ ਨੇ, 4ਾਂ ਦਾ ਜਵਾਬ ਵੀ ਲਿਖਿਆ ਹੋਇਆ। ਲਓ ਸੁਣੋ 4 ਸਵਾਲ ਕਿਹੜੇ ਕੀਤੇ ਗੋਰਖ ਜੀ ਨੇ। ਗੋਰਖ ਜੀ ਕਹਿਣ ਲੱਗੇ, ਨਾਨਕ ਜੀ ਕਿਸ ਕਾਰਨ ਗ੍ਰਹਿ ਤਜ ਉਦਾਸੀ। ਪਹਿਲਾ ਸਵਾਲ, ਮੈਨੂੰ ਤੂੰ ਦੱਸ ਘਰ-ਬਾਰ ਛੱਡ ਕੇ ਸਾਧ ਕਿਉਂ ਬਣੇ। ਪਹਿਲਾ ਸਵਾਲ, ਕਿਸ ਕਾਰਨ ਗ੍ਰਹਿ ਤਜ ਉਦਾਸੀ। ਦੂਜਾ ਸਵਾਲ, ਕਿਸ ਕਾਰਨ ਇਹ ਭੇਖ ਨਿਵਾਸੀ। ਤੂੰ ਖੱਤਰੀਆਂ ਦਾ ਮੁੰਡਾ, ਕਾਰੋਬਾਰ ਚੱਲੇ ਤੁਹਾਡਾ, ਤੂੰ ਇਹ ਸਾਦਾ ਰੰਗੇ ਕੱਪੜੇ ਕਿਉਂ ਪਾਏ ਨੇ, ਇਹ ਭੇਖ ਕਿਉਂ ਪਾਇਆ। ਨੰਬਰ 3, ਕਿਸ ਵਖਰ ਕੇ ਤੁਮ ਬਣ ਜਾ ਰਹੇ। ਜੇ ਸਾਧ ਬਣੇ ਉਦਾਸੀ ਭੇਖ ਪਾਇਆ, ਤੁਰਿਆ ਫਿਰਦੇ, ਵਪਾਰ ਕਾਹਦਾ ਕਰਦਾ ਫਿਰਦਾ, ਤੁਰਿਆ ਫਿਰਦਾ ਕਾਸੇ ਕੰਮ ਨੂੰ ਤੁਰੇ, ਵਪਾਰ ਕਾਹਦਾ। ਕਿ ਕਰ ਸਾਥ ਲੰਘਾਵੋ ਪਾਰੇ। ਬੜਾ ਡੂੰਘਾ ਸਵਾਲ ਕੀਤਾ ਜੋਗੀ ਜੀ ਨੇ। ਸਿੱਖ ਬਣਾਉਂਦਾ ਫਿਰਦੇ, ਚੇਲੇ ਬਣਾਉਂਦਾ ਫਿਰਦੇ, ਸਿੱਖੀ ਪੈਦਾ ਕਰਦਾ ਫਿਰਦੇ, ਇਹ ਜਿਨ੍ਹਾਂ ਨੂੰ ਮਗਰ ਲਾਈ ਫਿਰਦਾ, ਇਹਨਾਂ ਨੂੰ ਪਾਰ ਕਿਵੇਂ ਲੰਘਾਵੇਂਗਾ। ਕੇ ਆਖੋ ਸਤਿਨਾਮ। ਕਿ ਕਰ ਸਾਥ ਲੰਘਾਵੋ ਪਾਰੇ। ਤੇਰੇ ਕੋਲ ਸਾਧਨ ਕੀ ਹੈ ਆਪਣੇ ਸੇਵਕਾਂ ਨੂੰ ਪਾਰ ਕਰਨ ਦਾ। ਦੇਖੋ ਕੈਸੇ ਅਹਿਮ ਸਵਾਲ ਸੀ। ਪਹਿਲਾ ਸਵਾਲ, ਕਿਸ ਕਾਰਨ ਗ੍ਰਹਿ ਤਜ ਉਦਾਸੀ। ਤੁਹਾਡੇ ਮੁੰਡੇ ਵੀ ਬਥੇਰੇ ਸੰਤ ਬਣੀ ਫਿਰਦੇ ਹੈ। ਚਲੋ ਹੁਣ ਮੈਨੂੰ ਕਹਿਣਾ ਹੀ ਪੈਂਦਾ, ਹੁਣ ਪਤਾ ਸੰਤਾਂ ਦੇ ਪਿੱਛੇ ਕਿਉਂ ਟੋਲੇ ਤੁਰੇ ਫਿਰਦੇ। ਮੈਂ ਤਾਂ ਰੱਖਦਾ ਹੀ 2-2.5 ਹੈ, ਇੱਥੇ ਹੀ ਫੜ ਲਈ ਦਾ ਢੋਲਕੀ ਵਾਲੇ ਨਾ ਦਈ। ਜੇ ਕੋਈ ਵੀ ਨਾ ਹੋਵੇ ਕਥਾ ਨਾਲੇ, ਬਾਹਰ ਇੰਨੇ ਮੁਲਕਾਂ 'ਚ ਕਥਾ ਨਾਲੇ ਸਾਰ ਲਈਦਾ, ਛੇਣੇ ਛੂਣੇ ਦੀ ਲੋੜ ਨਹੀਂ। ਇਹ ਮੈਂ ਤਾਂ ਹੁਣ ਧਾਰਨਾ ਤਾਂ ਪੜ੍ਹਦਾ ਵੀ ਕਿਤੇ ਨਾਲ ਦੇ ਸੋਏ ਨਾ ਜਾਣ। ਅਜ ਕੇ ਆਖੋ ਸਤਿਨਾਮ। ਨਹੀਂ, ਮੇਰਾ ਜੀਜੂ ਨਹੀਂ ਕਰਦਾ ਧਾਰਨਾ ਪੜ੍ਹਨ ਨੂੰ, ਬਸ ਗੁਰਮਤ ਦੀ ਵਿਚਾਰੇ ਬਥੇਰੀ। ਤਾਂ ਪ੍ਰੇਮੀਓ, ਹੁਣ ਤੁਹਾਡੇ ਜਿਹੜੇ ਮੁੰਡੇ ਹਨ ਸਾਡੇ ਲਾਣਿਆਂ ਨਾਲ ਫਿਰਦੇ ਨੇ, ਕਿਸੇ ਨਾਲ 100, ਕਿਸੇ ਨਾਲ 30, ਕਿਸੇ ਨਾਲ 50, ਉਹਨਾਂ ਨੂੰ ਪੁੱਛਿਓ ਤੁਸੀਂ ਸੰਤਾਂ ਦਾ ਨਾਲ ਤੁਰੇ ਕਿਉਂ ਫਿਰਦੇ। ਕੋਈ ਬਾਣੀ ਸ਼ੁੱਧ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁੱਧ ਕੀਤਾ, ਕੋਈ ਗ੍ਰੰਥ ਪੜ੍ਹਿਆ ਸਿੱਖ ਇਤਿਹਾਸ ਦਾ। ਦੁੱਖ ਮਨਾਓਗੇ ਹੁਣ ਤੁਸੀਂ ਮੇਰੀ ਗੱਲ ਦਾ।
ਪੜ੍ਹਨ ਤਾਂ ਜਿਹਦੇ ਨਾਲ ਤੁਰੇ ਆ, ਜੇ ਉਹਨੇ ਪੜ੍ਹਿਆ ਹੋਵੇ ਅਜਕੇ ਆਖੋ ਸਤਿਨਾਮ, ਉਹਦੇ ਤਾਂ ਪੜ੍ਹਨਗੇ, ਉਹਦੇ ਤਾਂ ਬਾਣੀ ਸੁੱਧ ਕਰਨਗੇ ਜਿਹਦੇ ਨਾਲ ਤੁਰੇ ਫਿਰਦੇ, ਜੇ ਉਹਦੀ ਸੁੱਧ ਹੋਵੇ। ਔਖੀ ਘਾਟੀ ਹੋ ਗਈ। ਹੁਣ ਜਿਹੜੇ ਤੁਹਾਡੇ ਮੁੰਡੇ ਤੁਰੇ ਫਿਰਦੇ ਨੇ ਬਾਬਿਆਂ ਦੇ ਨਾਲ, ਦੋ ਕਾਰਨ ਨੇ। ਇੱਕ ਤਾਂ ਕੰਮ ਕਰਨਾ ਔਖਾ ਹੈ, ਘਰ ਬਾਬੇ ਦੇ ਨਾਲ ਕਾਰ ਮਿਲਦੀ ਹੈ ਚੜ੍ਹਨ ਨੂੰ, ਟਿੰਨੋ ਪਾਲ ਝੋਲਿਆਂ ਨੂੰ, ਸੈਂਟ ਸਪਰੇ ਹੁੰਦਾ ਹੈ, ਇੰਨੀ ਐਸ਼, ਤੋਰੀ ਫੁਲਕਾ ਸੋਹਣਾ ਤੜਕਿਆ ਮਿਲਦਾ, ਮੰਜੇ ਬਿਸਤਰੇ ਧੋਤੇ ਵਿਛੇ ਮਿਲਦੇ ਨੇ। ਕਾਹਨੂੰ ਮਿੱਟੀ 'ਚ ਮਿੱਟੀ ਹੋਣਾ, ਚਲੋ ਬਾਬੇ ਦੇ ਨਾਲ। ਪਹਿਲੀ ਗੱਲ ਤਾਂ ਇਹ ਹੈ, ਕੰਮ ਕਾਰ ਕਰਨਾ ਛੱਡਤਾ। ਜਿਹੜਾ ਤੁਹਾਨੂੰ ਕਿਹਾ ਸੀ ਮੇਰੇ ਸਿੱਖ ਨੇ ਨਹੀਂ ਤੁਰਿਆ ਫਿਰਨਾ, ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ। ਇਹ ਟੋਲਿਆਂ ਚੋਂ ਤਾਂ ਕੱਢਿਆ ਸੀ ਆਪਾਂ ਨੂੰ, 2-2 ਤੋਂ 3 ਸਾਧਾਂ ਦੇ ਟੋਲੇ ਫਿਰਦੇ ਸੀ ਪਿੰਡਾਂ ਵਿੱਚ, ਉਹ ਚੋਂ ਹਟਾਇਆ ਸੀ ਬਾਬੇ ਨਾਨਕ ਨੇ। ਗ੍ਰਸਤੀ ਬਣੋ, ਘਰ ਵਿੱਚ ਰਹੋ, ਬਾਲ ਬੱਚੇ ਵਿੱਚ। ਦੂਜਾ ਕਾਰਨ ਇੱਕ ਹੋਰ ਹੈ, ਜਿਹੜੇ ਬਾਬਿਆਂ ਦੇ ਡੇਰੇ ਜ਼ਿਆਦਾ ਇਕੱਠ ਹੈ ਨਾ, ਉਹ ਤੁਹਾਡੇ ਮੁੰਡੇ ਤਾਂ ਜਾਂਦੇ ਬਾਬਿਆਂ ਕੋਲ ਵੀ ਕਦੇ ਤਾਂ ਬਾਬੇ ਦਾ ਅਮਰੀਕਾ ਗੇੜਾ ਲੱਗੂਗਾ ਹੀ, ਅਜਕੇ ਆਖੋ ਸਤਿਨਾਮ, ਕਦੇ ਤਾਂ ਕੈਨੇਡਾ ਦਾ ਮੂੰਹ ਦਿਖਾਊ ਬਾਬਾ। ਆਹ ਹੈ ਲਾ ਕਾਰਨ ਹੁਣ ਜਿਹੜੇ ਨਾਲ ਤੁਰੇ ਫਿਰਦੇ ਹੈ, ਬਸ ਹੋਰ ਕੋਈ ਕਾਰਨ ਨਹੀਂ। ਕੋਈ ਗੁਰਮਤ ਦੀ ਗੱਲ ਨਹੀਂ ਸਿੱਖਣੀ, ਨਾਲ ਲਈ ਫਿਰਦੇ। ਤੇ ਬਾਬਾ ਗੁਰਬਚਨ ਸਿੰਘ ਜੀ ਗਿਆਨੀ ਜੀਵਨ ਬਣਾ ਦਿੱਤਾ ਜਿਨ੍ਹਾਂ ਨੇ ਨਾਲ ਤੋਰੇ। ਐਨ ਟਕਸਾਲ ਵਿੱਚ ਭੱਠੇ ਵਿੱਚ ਪਕਾਤਾ ਆਈਟਮਾਂ ਉਹਨਾਂ ਨੇ, ਜਿਨ੍ਹਾਂ ਨੂੰ ਨਾਲ ਲਈ ਫਿਰਦੇ ਸੀ। ਸੋ ਗੁਰਸਿੱਖ ਪਿਆਰਿਓ, ਇਹ ਸਵਾਲ ਕੀਤਾ, ਤੂੰ ਘਰ ਛੱਡ ਕੇ ਕਿਉਂ ਤੁਰੇ? 72 ਪਿੰਡਾਂ ਦਾ ਮਾਲਕ ਤੇਰਾ ਬਾਪੂ ਪਟਵਾਰੀ, ਤੇਰਾ ਮੋਦੀ ਖਾਨਾ ਚੱਲੇ, ਕਿੰਨੀ ਜ਼ਮੀਨ ਤੁਹਾਡੀ, ਤੂੰ ਘਰ ਕਿਉਂ ਛੱਡਿਆ? ਕੈਸਾ ਅਹਿਮ ਸਵਾਲ ਕੀਤਾ। ਗੁਰੂ ਨਾਨਕ ਦਾ ਜਵਾਬ ਸੁਣੋ ਹੁਣ। ਬਾਬੇ ਨਾਨਕ ਨੇ ਜਵਾਬ ਕੀ ਦਿੱਤਾ? ਜੋਗੀ ਜੀ ਕਹਿੰਦੇ, ਕਿਸ ਕਾਰਨ ਗ੍ਰਹਿ ਤਜ ਉਦਾਸੀ। ਇੰਨੀ ਨਿਮਰਤਾ ਨਹੀਂ ਮਿਲਣੀ ਤੁਹਾਨੂੰ ਜਿੰਨੀ ਗੁਰੂ ਨਾਨਕ ਵਿੱਚ। ਗੁਰੂ ਨਾਨਕ ਦੇਵ ਕਹਿੰਦੇ, ਜੋਗੀ ਜੀ ਗੁਰਮੁਖ ਖੋਜਤ ਭਏ ਉਦਾਸੀ। ਇੰਨੀ ਨਿਮਰਤਾ। ਮੈਂ ਘਰ ਛੱਡ ਕੇ ਤੁਰਿਆ, ਕੋਈ ਰੱਬ ਦਾ ਮਿਲਿਆ ਹੋਇਆ ਮਿਲ ਜਾਵੇ, ਅਜਕੇ ਆਖੋ ਸਤਿਨਾਮ। ਕੋਈ ਜੁੜਿਆ ਹੋਇਆ ਮਿਲ ਜਾਵੇ, ਕੋਈ ਰੱਬ ਨੂੰ ਮਿਲਾਉਣ ਵਾਲਾ ਮਿਲ ਜਾਵੇ। ਖੁਦ ਰੱਬ ਇਹ ਕਹਿ ਰਿਹਾ, ਖੁਦ ਨਿਰੰਕਾਰ ਕਹਿ ਰਿਹਾ, ਆਪਣੀ ਤਾਂ ਗੱਲੇ ਕਿੱਥੇ ਰਹਿ ਗਈ। ਗੁਰਮੁਖ ਖੋਜਤ, ਹੱਥ ਬੰਨ ਕੇ ਐਵੇਂ ਨਹੀਂ ਅਰਦਾਸ ਕਰੀ ਦੀ, ਕੁਛ ਟੋਲ ਕਰੋ, ਢੂੰਡ ਕਰੋ, ਇਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੋ। ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ। ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ ਨੂੰ। ਜਿਨਾ ਮਿਲਿਆ ਤੇਰਾ ਨਾਮ ਚਿਤ, ਮੇਲਿਓ ਨਾ ਪਿਆਰਿਆਂ। ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ ਨੂੰ। ਮੇਰੇ ਦਾਤਾ ਮੇਲੀ ਉਹਨਾਂ ਪਿਆਰਿਆਂ। ਮੇਰੇ ਸਾਹਿਬਾ ਮੇਲੀ ਉਹਨਾਂ ਪਿਆਰਿਆਂ ਨੂੰ।
ਮੇਲੀ ਉਹਨਾਂ ਪਿਆਰਿਆਂ ਨੂੰ ਦਾਤਿਆ, ਮੇਲੀ ਉਹਨਾਂ ਪਿਆਰਿਆਂ ਨੂੰ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ, ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ। ਮਿਲਿਆ ਤੇਰਾ ਨਾਮ ਚਿਤ ਆਵੇ, ਮੇਲੀ ਉਹਨਾਂ ਪਿਆਰਿਆਂ ਨੂੰ। ਹਰ ਸਮੇਂ ਸਿੱਖ ਅਰਦਾਸ ਕਰਦੇ, ਸਤਿਗੁਰੂ ਉਹਨਾਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ। ਲੋੜ ਪੈਣੀ ਹੈ ਪ੍ਰੇਮੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ, ਸਬਜੈਕਟ ਇਹੀ ਹੈ ਨਾ ਆਪਣਾ, ਤੇ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਨੂੰ ਕਹਿਤਾ ਤੁਹਾਡਾ ਗੁਰੂ ਗ੍ਰੰਥ। ਫਿਰ ਪੰਜ ਪਿਆਰਿਆਂ ਦੀ ਲੋੜ ਕੀ ਰਹਿ ਗਈ? ਅੱਜ ਕੇ ਆਖੋ ਸਤਿਨਾਮ। ਸਮਝਿਓ ਇਹਨਾਂ ਨੂੰ ਟੈਕਨੀਕਲ ਪੁਆਇੰਟ ਨੇ। ਜਦ ਕਹਿ ਦਿੱਤਾ ਵੀ ਹੁਣ ਗੁਰੂ ਗ੍ਰੰਥ ਹੈ, ਫਿਰ ਪੰਜ ਪਿਆਰਿਆਂ ਦੀ ਕੀ ਲੋੜ ਰਹਿ ਗਈ? ਨਹੀਂ, ਵਿਚੋਲੇ ਦੀ ਲੋੜ ਪੈਣੀ ਹੈ। ਗ੍ਰੰਥ ਗੁਰੂ ਹੈ, ਪਰ ਪੰਜ ਪਿਆਰੇ ਹੀ ਜੋੜਨਗੇ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਆਪਣੀ ਤਾਂ ਗੱਲ ਛੱਡੋ, ਗੁਰੂ ਅਰਜਨ ਕੀ ਕਹਿ ਰਹੇ ਨੇ? ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ। ਆਪਣੀ ਤਾਂ ਕਿੱਥੇ ਗੱਲ ਰਹਿ ਗਈ ਫਿਰ? ਗੁਰੂ ਅਰਜਨ ਕਹਿ ਰਹੇ ਨੇ ਬਾਣੀ ਵਿੱਚ, ਕੋਈ ਜਨ ਹਰਿ ਸਿਉ ਦੇਵੈ ਜੋੜ, ਕੋਈ ਮੇਲ ਦਵੇ ਮੈਨੂੰ ਰੱਬ। ਧੰਨ ਗੁਰੂ ਨਾਨਕ ਦੇਵ ਕਹਿੰਦੇ, ਜੋਗੀ ਜੀ ਗੁਰਮੁਖ ਖੋਜਤ ਭਏ ਉਦਾਸੀ। ਮੈਂ ਕੋਈ ਰੱਬ ਦਾ ਮਿਲਿਆ ਹੋਇਆ ਟੋਲਦਾ ਫਿਰਦਾ, ਤਾਂ ਘਰ ਛੱਡਿਆ। ਕੈਸਾ ਉਤਰ ਦਿੱਤਾ। ਬਾਬੇ ਫਰੀਦ ਵਰਗੀ ਕਿਹੜੀ ਭਗਤੀ ਕਿਹਨੇ ਕਰਨੀ ਹੈ? ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾ, ਕੁਹਾੜੇ ਦੇ ਪੀਨ ਖਾ ਲੇ, ਕੌਆਂ ਤੋਂ ਠੁੰਗਾ ਮਰਾ ਲੀਆਂ, ਕਾਠ ਦੀ ਰੋਟੀ ਬੰਨ ਲਈ, ਪੁੱਠਾ ਲਟਕ ਲਿਆ, ਕੱਖ ਵੀ ਨਹੀਂ ਮਿਲਿਆ। ਜਦ ਮਰਨ ਲੱਗਿਆ ਫਿਰ ਹੋਸ਼ ਆਈ, ਸਭ ਕੁਝ ਕਰ ਲਿਆ, ਜਿਹਨੂੰ ਮਿਲਣਾ ਸੀ ਉਹ ਮਿਲੇ ਹੀ ਨਹੀਂ। ਫਿਰ ਹੋਸ਼ ਟਿਕਾਣੇ ਆਈ, ਫਿਰ ਕਿਹਾ ਉੱਠ ਫਰੀਦਾ ਸੁਤਿਆ, ਦੁਨੀਆ ਦੇਖਣ ਜਾ, ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਟੋਲ ਕਿਸੇ ਬਖਸ਼ੇ ਹੋਏ ਨੂੰ, ਟੋਲ ਕਿਸੇ ਮਿਲੇ ਹੋਏ ਨੂੰ, ਤੈਨੂੰ ਵੀ ਮਿਲਾ ਦੇਵੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਉਤਰ ਹੈ ਮਹਾਰਾਜ ਦਾ, ਕਿ ਜੋਗੀ ਜੀ ਗੁਰਮੁਖ ਖੋਜਤ ਭਏ ਉਦਾਸੀ। ਐਵੇਂ ਨਹੀਂ ਘਰ-ਬਾਰ ਛੱਡ ਕੇ ਤੁਰਿਆ, ਟੋਲਦਾ ਫਿਰਦਾ ਕੋਈ ਰੱਬ ਨੂੰ ਮਿਲਾ ਦੇਵੇ ਮੈਨੂੰ। ਨੰਬਰ 2, ਕਿਸ ਕਾਰਨ ਇਹ ਭੇਖ ਨਿਵਾਸੀ, ਇਹ ਸਾਦਾ ਰੰਗੇ ਕੱਪੜੇ ਕਿਉਂ ਪਾਏ ਨੇ? ਇਹ ਬਹੁਤ ਡੂੰਘਾ ਸਵਾਲ ਹੈ। ਔਰ ਮੈਂ ਇਹ ਵੀ ਬੇਨਤੀ ਕਰ ਦੇਵਾਂ, ਆਪਾਂ ਫਸੇ ਭੇਖਾਂ ਵਿੱਚ ਗਏ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਵਿੱਚੋਂ ਸਿੱਖਾਂ ਨੂੰ ਕੱਢਿਆ ਸੀ, ਮੁੜ ਕੇ ਉੱਥੇ ਹੀ ਫਸ ਗਏ, ਕਿਉਂਕਿ ਭੇਖ ਦੇ ਅਰਥ ਹੀ ਨਹੀਂ ਸਮਝੇ। ਗ੍ਰਾਮਰ ਦੇ ਵਿੱਚ ਭੇਖ ਦਾ ਅਰਥ ਕੀ ਹੈ? ਭੇਖ ਦਾ ਅਰਥ ਹੈ ਗਹਿਣਾ ਨੋਟ ਰੱਖਿਓ, ਭੂਸ਼ਣ ਗਹਿਣਾ। ਆ ਜਿਹੜਾ ਭੇਖ ਹੈ ਨਾ, ਤੁਹਾਡਾ ਸਾਡਾ ਸਭ ਦਾ ਹੀ, ਬ੍ਰਾਹਮਣ ਦਾ ਆਪਣਾ, ਕਾਜੀ ਦਾ ਆਪਣਾ, ਬੋਧੀ ਦਾ ਆਪਣਾ, ਜੈਨੀ ਦਾ ਆਪਣਾ। ਇਹ ਭੇਖ ਭੂਸ਼ਣ ਗਹਿਣਾ। ਹੁਣ ਜੋਗੀ ਪੁੱਛ ਰਿਹਾ ਹੈ, ਭੇਖ ਕਿਉਂ ਪਾਇਆ ਤੂੰ? ਕਿਉਂ ਐਸੇ ਕੱਪੜੇ ਪਾਏ ਨੇ? 2 ਮਿੰਟ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ।
ਭੇਖ ਦਾ ਅਰਥ ਹੈ ਗਹਿਣਾ, ਹੋਰ ਕੁਝ ਵੀ ਨਹੀਂ। ਗਹਿਣਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਾ ਖੁਲਾਸਾ ਕੀਤਾ ਬਾਣੀ ਵਿੱਚ। ਸਤਿਗੁਰ ਅਰਜਨ ਦੇਵ ਕਹਿੰਦੇ, ਕੋਈ ਧੀ ਭੈਣ ਬੀਬੀ ਕਿੰਨਾ ਸ਼ਿੰਗਾਰ ਕਰੇ। ਦੇਖੋ ਕੀ ਲਿਖਿਆ ਬਾਣੀ ਵਿੱਚ, ਸਖੀ ਕਾਜਲ ਖਾਰ ਤੰਬੋਲ ਸਭੈ ਕਿਛ ਸਾਜਿਆ। ਸ਼ਿੰਗਾਰਾਂ ਦੇ ਨਾਂ ਲਿਖਤੇ, ਕਾਜਲ ਹਾਰ ਤੰਬੋਲ। ਗਾਹਾਂ ਫਿਰ ਨਾਂ ਨਹੀਂ ਲਿਖੇ। ਬਹੁ ਵਚਨ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਗੁਰੂ ਅਰਜਨ ਕਹਿੰਦੇ, ਕੋਈ ਧੀ ਭੈਣ 16 ਦੇ 16 ਹੀ ਸ਼ਿੰਗਾਰ ਕਰੇ, ਗਹਿਣੇ ਪਾਵੇ, ਭੇਖ ਪਾਵੇ, ਸ਼ਿੰਗਾਰ ਕਰੇ। ਬਹੁਤ ਗੌਰ ਨਾਲ ਸੁਣਿਓ ਹੁਣ ਭੇਖ ਕੀ ਚੀਜ਼ ਹੈ। ਗੁਰੂ ਅਰਜਨ ਦੇਵ ਕਹਿੰਦੇ, ਉਸ ਬੀਬੀ ਦਾ ਕੀਤਾ ਸ਼ਿੰਗਾਰ, ਪਾਏ ਹੋਏ ਗਹਿਣੇ, ਸ਼ਿੰਗਾਰ ਹੀ ਪ੍ਰਮਾਤਮਾ ਹੈ ਜੇ ਆਪਣੇ ਪਤੀ ਦੀ ਖੁਸ਼ੀ ਵਾਸਤੇ ਕੀਤਾ। ਬਹੁਤ ਧਿਆਨ ਦਿਓ, ਉਸ ਭੈਣ ਬੀਬੀ ਦਾ ਸ਼ਿੰਗਾਰ ਹੀ ਰੱਬ ਹੈ ਜੇ ਉਹਨੇ ਕੇਵਲ ਆਪਣੇ ਪਤੀ ਨੂੰ ਦਿਖਾਉਣ ਖਾਤਰ ਕੀਤਾ। ਜੇ ਜੱਗ ਨੂੰ ਦਿਖਾਉਣ ਖਾਤਰ ਕੀਤਾ ਹੈ, ਉਹ ਸ਼ਿੰਗਾਰ ਹੀ ਨਰਕ ਹੈ। ਅਜ ਕੇ ਆਖੋ ਸਤਿਨਾਮ। ਸੁਣ ਲਓ ਅਗਲੀ ਤੁਕ, ਕਾਜਲ ਖਾਰ ਤੰਬੋਲ ਸਭੈ ਕਿਛ ਸਾਜਿਆ। 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ। ਉਸ ਸ਼ਿੰਗਾਰ ਨੂੰ ਦੇਖ ਕੇ ਪਤੀ ਰੀਝ ਗਿਆ, ਪਤੀ ਮੰਨ ਗਿਆ, ਉਹਨੇ ਸਭ ਕੁਝ ਪਾ ਲਿਆ, ਪਰਮਾਤਮਾ ਪਾ ਲਿਆ। ਪਰ ਅਗਲੀ ਤੁਕ, ਹਰ ਹਾਂ ਕੰਤੈ ਬਾਜ ਸ਼ਿੰਗਾਰ ਬਿਰਥਾ ਸਭ ਜਾਈਏ। ਜੱਗ ਨੇ ਵੇਖਿਆ ਪਤੀ ਨਹੀਂ ਰੀਝਿਆ, ਸਾਰਾ ਸ਼ਿੰਗਾਰ ਬਿਰਥਾ ਗਿਆ। ਅਜ ਕੇ ਆਖੋ ਸਤਿਨਾਮ। ਆ ਜਾਓ ਹੁਣ ਭੇਖ, ਭਾਵੇਂ ਉਹ ਸੰਤ ਦਾ ਹੈ, ਉਦਾਸੀ ਦਾ ਹੈ, ਬਰਾਗੀ ਦਾ ਹੈ, ਖਾਲਸੇ ਦਾ ਹੈ, ਸਿੱਖ ਦਾ ਹੈ, ਬ੍ਰਾਹਮਣ ਦਾ। ਆ ਜਿਹੜਾ ਭੇਖ ਸਾਨੂੰ ਦਿੱਤਾ ਹੈ ਮਹਾਰਾਜ ਨੇ, 5 ਕਕਾਰ ਭੇਖ ਹੈ, ਸ਼ਿੰਗਾਰ ਹੈ। ਚਲੋ ਇਹ ਤਾਂ ਚੰਗੀਆਂ ਵਸਤੂਆਂ ਨੇ। ਗੁਰੂ ਗ੍ਰੰਥ ਸਾਹਿਬ ਤਾਂ ਇਹ ਮੰਨ ਗਏ ਕਿ ਨਾਂਗੇ ਦਾ ਨੰਗਾ ਰਹਿਣਾ ਵੀ ਭੇਖ ਹੈ, ਉਹ ਵੀ ਗਹਿਣਾ ਹੈ। ਤੁਹਾਨੂੰ ਤਾਂ ਬੁਰਾ ਲੱਗਦਾ ਨਾ ਨੰਗਾ, ਨਫ਼ਰਤ ਕਰੋਗੇ। ਗੁੱਸਾ ਨਾ ਕਰਿਓ, ਨੰਗਾ ਤਨ ਵੇਖ ਕੇ ਤੁਹਾਨੂੰ ਨਫ਼ਰਤ ਕਿਉਂ ਹੈ? ਕੋਈ ਕਾਰਨ ਹੈ। ਤੁਹਾਡੇ ਬੱਚੇ ਨੰਗੇ ਹੀ ਫਿਰਦੇ ਨੇ, ਨੰਗੇ ਖੇਡਦੇ ਨੇ, ਨੰਗੇ ਨਹਾਉਂਦੇ ਨੇ। ਆਪਾਂ ਨੰਗੇ ਨਹਾਉਂਦੇ ਰਹੇ ਹਾਂ, ਬਚਪਨ ਵਿੱਚ ਨੰਗੇ ਹੀ ਸੌਂ ਜਾਂਦੇ ਸੀ। ਆ ਕੱਪੜੇ ਕਿਉਂ ਪਾਉਣੇ ਪਏ ਆਪਾਂ ਨੂੰ? ਕਾਹਤੋਂ ਪਾਏ? ਇਹ ਤਨ ਕਿਉਂ ਢਕਣਾ ਪਿਆ? ਇਹਦੇ ਵਿੱਚ ਗੰਦ ਪੈਦਾ ਹੋ ਗਿਆ, ਉਹਨੂੰ ਢਕਣਾ ਪਿਆ। ਅਜ ਕੇ ਆਖੋ ਸਤਿਨਾਮ। ਕੱਪੜੇ ਸਰੀਰ ਦੀ ਲੋੜ ਨਹੀਂ ਹੈ। ਜੰਗਲਾਂ ਵਿੱਚ ਏਦਾਂ ਹੀ ਰਹਿੰਦੇ ਸੀ ਸਾਰੇ ਮਨੁੱਖ ਪਹਿਲਾਂ। ਇਹ ਕਿਉਂ ਢਕਣਾ ਪਿਆ? ਇਹਦੀ ਮਿਸਾਲ ਲੈ ਲਿਓ। ਫੁੱਲਾਂ ਨੂੰ ਕਦੇ ਢਕੀਦਾ ਨਹੀਂ, ਗੰਦਗੀ ਉਹ ਢਕਣੀ ਪੈਂਦੀ ਹੈ। ਫੁੱਲ ਜਿੱਥੇ ਪਏ ਹੋਣਗੇ ਨੰਗੇ ਪਏ ਹੋਣਗੇ। ਕਦੇ ਫੁੱਲਾਂ ਦੇ ਢੇਰ ਤੇ ਚਾਦਰ ਪਾਉਂਦਾ ਦੇਖੇ ਕੋਈ? ਕੱਪੜਾ ਪਾਉਂਦਾ ਨਹੀਂ। ਜਿੱਥੇ ਗੰਦਗੀ ਹੋ ਉਹਨੂੰ ਢਕਣਾ ਪਊ। ਜਿਉਂ-ਜਿਉਂ ਵੱਡੇ ਹੁੰਦੇ ਗਏ, ਸਰੀਰ ਵਿੱਚ ਗੰਦ ਪੈਦਾ ਹੋਇਆ, ਵਿਕਾਰ ਪੈਦਾ ਹੋਏ, ਕੱਪੜੇ ਪਾਉਣੇ ਪਏ। ਬੱਚੇ ਦੇ ਸਰੀਰ ਵਿੱਚ ਮੈਲ ਹੈ ਹੀ ਨਹੀਂ, ਢਕਣ ਦੀ ਲੋੜ ਹੀ ਨਹੀਂ। ਇਹ ਜਿਹੜੇ ਸਾਧੂ ਨਗਨ ਫਿਰਦੇ ਨੇ, ਗੁਰੂ ਅਰਜਨ ਤੋਂ ਪੁੱਛੋ ਕਿੱਥੇ ਪੁੱਜੇ ਹੋਏ ਨੇ ਉਹ। ਨਗਨ ਫਿਰਤ ਰੰਗ ਏਕ ਕਹਿ। ਗੱਲ ਜਿਹੜੀ ਮੈਂ ਕਹੀ ਹੈ, ਸ਼ਿੰਗਾਰ ਕੀਤਾ ਪਤੀ ਖਾਤਰ ਕੀਤਾ। ਉਹ ਜਿਹੜੇ ਨੰਗੇ ਫਿਰਦੇ ਨੇ, ਇੱਕ ਵਾਹਿਗੁਰੂ ਦੇ ਪ੍ਰੇਮ ਵਿੱਚ ਫਿਰਦੇ ਨੇ। ਗੁਰੂ ਅਰਜਨ ਕਹਿੰਦੇ ਮੈਨੂੰ ਬਹੁਤ ਸੋਹਣੇ ਲੱਗਦੇ ਨੇ। ਅਜ ਕੇ ਆਖੋ ਸਤਿਨਾਮ। ਨਗਨ ਫਿਰਤ ਰੰਗ ਏਕ ਕਹਿਓ ਸ਼ੋਭਾ ਪਾਏ। ਬੜੇ ਸੁਭਾਏਮਾਨ, ਪਰ ਨੰਗੇ ਕਿਉਂ ਫਿਰਦੇ ਨੇ? ਆਪਣੇ ਵਾਹਿਗੁਰੂ ਦੇ ਰੰਗ ਵਿੱਚ।
ਦੁਨੀਆ ਨੂੰ ਦਿਖਾਉਣ ਖਾਤਰ ਨਹੀਂ। ਦੁਨੀਆ ਨੇ ਤਾਂ ਨਫ਼ਰਤ ਕਰਨੀ ਹੈ। ਆਹ ਜਿਹੜੇ ਭੇਖ ਨੇ ਸਾਡੇ, ਕੋਈ ਗਹਿਰੂ ਰੰਗੇ, ਕੋਈ ਪੀਲੇ, ਕੋਈ ਲਾਲ, ਕੋਈ ਚਿੱਟੇ, ਕੋਈ ਨੀਲੇ, ਇਹ ਭੇਖ ਗਹਿਣੇ ਨੇ, ਸ਼ਿੰਗਾਰ ਹੈ ਸਾਡਾ, ਸ਼ਿੰਗਾਰ ਬਖਸ਼ੇ। ਪਰ ਯਾਦ ਰੱਖਿਓ, ਅੰਮ੍ਰਿਤਧਾਰੀਆਂ ਦੀ ਗੱਲ ਕਰ ਲਓ, ਸੰਤਾਂ ਦੀ ਗੱਲ ਕਰ ਲਓ, ਆਪਣੀ ਧਰਮ ਦੀ ਗੱਲ ਕਰੋ। 5 ਕੜੈਤਾਂ ਤਾਂ ਰੱਖੀਆਂ ਹੋਈਆਂ ਨੇ, ਕਕਾਰ ਹੈਗੇ, ਪਰ ਉਹ ਸਫਲੇ ਕਦੋਂ ਨੇ? ਕੇਵਲ ਇੱਛਾ ਹੋਵੇ ਮੇਰਾ ਗੁਰੂ ਗੋਬਿੰਦ ਸਿੰਘ ਦੇਖ ਕੇ ਖੁਸ਼ ਹੋ ਜਾਵੇ, ਫਿਰ ਉਹ ਭੇਖ ਹੀ ਰੱਬ ਹੈ, ਫਿਰ ਉਹ ਰਹਿਤ ਹੀ ਰੱਬ ਹੈ। ਜੇ ਜਗ ਨੂੰ ਦਿਖਾਉਣ ਖਾਤਰ ਕਿਰਪਾਨ ਪਾਈ ਹੈ ਤੇ ਦਾੜੀ ਰੱਖੀ ਹੈ, ਉਹ ਭੇਖ ਹੀ ਨਰਕ ਹੈ। ਅਜ ਕੇ ਆਖੋ ਸਤਿਨਾਮ। ਉਹ ਭੇਖ ਹੀ ਪਾਪ ਹੈ, ਉਹ ਸ਼ਿੰਗਾਰ ਹੀ ਪਾਪ ਹੈ ਭੈਣ ਬੀਬੀ ਦਾ, ਜੋ ਦੁਨੀਆ ਨੂੰ ਦਿਖਾਉਣ ਖਾਤਰ ਕੀਤਾ। ਉਹ ਸ਼ਿੰਗਾਰ ਹੀ ਰੱਬ ਹੈ ਜੋ ਪਤੀ ਨੂੰ ਪਾਉਣ ਖਾਤਰ ਕੀਤਾ। ਇਹ ਭੇਖ ਜਿੰਨੇ ਵੀ ਹੈ, ਇਹ ਭੇਖ ਹੀ ਪਰਮਾਤਮਾ ਹੈ। ਜੇ ਪਰਮਾਤਮਾ ਦੇ ਪਾਉਣ ਖਾਤਰ ਕੀਤੇ ਨੇ, ਜੇ ਜਗ ਨੂੰ ਦਿਖਾਉਣ ਖਾਤਰ ਕੀਤੇ ਨੇ, ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ। ਸਿੱਧੀ ਗੱਲ ਕਹਿ ਦਿੱਤੀ। ਤੇ ਮੈਨੂੰ ਹੁਣ ਮਾੜਾ ਕਹਿ ਲਿਓ, ਚੰਗਾ ਕਹਿ ਲਿਓ, 99% ਅੱਜ ਜਿਹੜਾ ਭੇਖ ਪਾਇਆ ਜਾਂਦਾ ਹੈ, ਜਗ ਖਾਤਰ ਪਾਇਆ ਜਾਂਦਾ ਹੈ। ਅੱਜ ਕੇ ਆਖੋ ਸਤਿਨਾਮ। ਕੋਈ 1% ਹੋਊ 100 ਚੋਂ ਇੱਕ ਅੰਮ੍ਰਿਤਧਾਰੀ ਜਿਹਦੇ ਮਨ ਦੀ ਭਾਵਨਾ ਹੋਵੇ, ਮੈਨੂੰ ਦੇਖ ਕੇ ਮੇਰਾ ਵਾਜਾਂ ਵਾਲਾ ਖੁਸ਼ ਹੋਵੇ। ਨਹੀਂ ਲੋਕ ਕਹਿਣੇ ਅੰਮ੍ਰਿਤਧਾਰੀ ਹੈ, ਇਹ ਰਹਿਤ ਵਿੱਚ ਰਹਿੰਦਾ। ਚਿੱਟਾ ਚੋਲਾ ਦੇਖ ਕੇ ਲੋਕ ਕਹਿਣ ਸੰਤ ਹੈ, ਇਹ ਤਾਂ ਲੋਕਾਂ ਦੇ ਦਿਖਾਉਣ ਖਾਤਰ ਹੈ। ਬਸ ਫਿਰ ਇੰਨੀ ਸਖਤ ਸਜ਼ਾ ਕਿ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਗੁਰੂ ਨਾਨਕ ਤੇ ਸਵਾਲ ਪੈਦਾ ਹੋ ਗਿਆ, ਇਹ ਭੇਖ ਕਿਉਂ ਪਾਇਆ ਤੂੰ? ਉੱਤਰ ਸੁਣੋ, ਕਿਸ ਕਾਰਨ ਇਹ ਭੇਖ ਨਿਵਾਸੀ? ਤੁਹਾਡੇ ਗੁਰੂ ਨਾਨਕ ਕਹਿੰਦੇ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਜੋ ਗੱਲ ਹੁਣ ਤੱਕ ਬੋਲੇ ਆ ਤੁਹਾਡੇ ਚਰਨਾਂ 'ਚ, ਇਹ ਜੋ ਮੈਂ ਭੇਖ ਸ਼ਿੰਗਾਰ ਕੀਤਾ ਸਰੀਰ ਤੇ, ਕੇਵਲ ਵਾਹਿਗੁਰੂ ਦੇ ਦਰਸ਼ਨਾਂ ਨੂੰ ਕੀਤਾ ਹੈ। ਅੱਜ ਕੇ ਆਖੋ ਸਤਿਨਾਮ। ਹੁਣ ਮੈਂ ਹੋਰ ਪੰਜਾਬੀ ਬੋਲਾਂ, ਅੱਜ ਭੇਖ ਵਾਹਿਗੁਰੂ ਦੇ ਦਰਸ਼ਨਾਂ ਨੂੰ ਨਹੀਂ ਹੋ ਰਿਹਾ ਕਿ ਵਾਹਿਗੁਰੂ ਦੇ ਦਰਸ਼ਨ ਹੋਣ। ਅੱਜ ਭੇਖ ਪਾਇਆ ਜਾਂਦਾ, ਲੋਕ ਮੇਰੇ ਦਰਸ਼ਨ ਕਰਨ। ਅੱਜ ਕੇ ਆਖੋ ਸਤਿਨਾਮ। ਦੁਨੀਆ ਮੇਰੇ ਦਰਸ਼ਨ ਕਰੇ, ਦੁਨੀਆ ਮੈਨੂੰ ਵੇਖੇ ਭੇਖ ਪਾਇਆ ਹੋਇਆ। ਇਹ ਰਹਿਤੀ ਹੈ, ਸੰਤ ਹੈ, ਫਲਾਣਾ, ਇਹ ਵੈਰਾਗੀ ਹੈ, ਜਟਾਧਾਰੀ ਹੈ। ਨਹੀਂ ਨਹੀਂ, ਕਰੋੜਾਂ ਵਿੱਚੋਂ ਕੋਈ ਇੱਕ ਜਿਹੜਾ ਇਹ ਭੇਖ ਪਾਊਗਾ, ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣ। 99,999 ਭੇਖ ਪਾਉਣਗੇ, ਮੇਰੇ ਦਰਸ਼ਨ ਲੋਕ ਕਰਨ, ਮੇਰੇ ਭੇਖ ਨੂੰ ਲੋਕ ਵੇਖਣ। ਤੇ ਇੱਥੇ ਆ ਕੇ ਖੜ ਗਏ। ਨਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਪ ਸਾਹਿਬ ਪੜ੍ਹਦੇ ਹੋਵੋਗੇ ਤੁਸੀਂ। ਜਾਪ ਸਾਹਿਬ ਮੈਂ ਇੰਨਾ ਬਚਨ ਕਰਦੇ ਜਾਪ ਸਾਹਿਬ ਵਾਸਤੇ, ਜੇ ਤੁਸੀਂ ਜਾਪ ਸਾਹਿਬ ਨੂੰ ਅੰਦਰੋਂ ਦੇਖ ਲਓ ਨਾ, ਅੰਦਰੋਂ ਗੁਰੂ ਗੋਬਿੰਦ ਸਿੰਘ ਦੇ ਅੰਦਰੋਂ ਦਰਸ਼ਨ ਹੋ ਜਾਣਗੇ। ਦਰਸ਼ਨ ਤੁਸੀਂ ਨਿਤ ਕਰਦੇ ਹੋ, ਕੈਲੰਡਰ ਰਹੇਗੇ ਨਾ, ਕਾਹਦੇ ਕਰਦੇ ਹੋ? ਨੀਲੇ ਘੋੜੇ ਤੇ ਚੜੇ ਹੋਏ ਨੇ, ਕਲਗੀ ਲੱਗੀ ਹੋਈ ਹੈ, ਹੱਥ ਤੇ ਬਾਜ ਹੈ, ਤਲਵਾਰਾਂ ਪਹਿਨੀਆਂ ਹੋਈਆਂ ਨੇ, ਬਾਂਕਾ ਜੋੜ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਹਰਲੇ ਦਰਸ਼ਨ ਨੇ। ਬਾਹਰੋਂ ਦਿਖ ਰਿਹਾ ਨੀਲਾ ਘੋੜਾ, ਬਾਹਰੋਂ ਦਿਖ ਰਹੀ ਹੈ ਕਲਗੀ, ਉਹ ਤੇ ਬਾਹਰ ਹੈ। ਜੇ ਕਿਤੇ ਜਾਪ ਸਾਹਿਬ ਨੂੰ ਸਮਝੋ, ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਅੰਦਰੋਂ ਦਰਸ਼ਨ ਕਰਾ ਦੋਗੇ। ਜੇ ਜਪਜੀ ਸਾਹਿਬ ਨੂੰ ਸਮਝੋ, ਜਪਜੀ ਗੁਰੂ ਨਾਨਕ ਦੇ ਅੰਦਰੋਂ ਦਰਸ਼ਨ ਕਰਾ ਦੋਗੇ। ਪਰ ਨਹੀਂ ਸਮਝ। ਅੰਦਰੋਂ ਕੀ ਨੇ ਗੁਰੂ ਗੋਬਿੰਦ ਸਿੰਘ? ਬਾਹਰੋਂ ਕਹਿ ਦਿੱਤਾ ਰਹਿਤ ਪਿਆਰੀ ਮੋਹੇ ਕੋ, ਜ਼ਰੂਰ ਕਹਿ ਦਿੱਤਾ, ਇਹ ਬਾਹਰਲੀ ਰਹਿਤ ਹੈ। ਅੰਦਰੋਂ ਕੀ ਨੇ ਬਾਜਾਂ ਵਾਲੇ? ਬਾਜਾਂ ਵਾਲੇ ਪਰਮਾਤਮਾ ਨੂੰ ਕਹਿੰਦੇ, ਹੇ ਪਰਮਾਤਮਾ,
मैं तैनू तां मत्था टेकदा तेरा भेख कोई नहीं है। नमस्तं अभेखे, नाले भेख कह रहे हैं पाओ, पाओ भेख, रहत दिती है, पर रब नू कह दिता तेरा कोई भेख नहीं है। मैं तैनू मत्था ही तां टेकदा तू भेख तो रहत। नंबर 2, कह दिता सानू धर्मी बनो, खालसा धर्म सानू बख्श दिता, पर वाजा वाले रब नू की कहंदे ने, हे परमात्मा मैं तैनू मत्था टेकदा तेरा धर्म कोई नहीं है।